ਹੁਣ ਅਸ਼ਵਨੀ ਸ਼ੇਖਰੀ ਉਹਨਾਂ ਪੰਜਾਬ ਦੇ ਵਿੱਚ ਕਿੰਨਾ ਕੁ ਕੱਦ ਰੱਖਦੇ ਨੇ, ਔਰ ਜਦ ਉਹਨਾਂ ਦੀ ਫੋਟੋ ਹਮੇਸ਼ਾ ਉਹਨਾਂ ਦੇ ਨਾਲ ਨਸ਼ਰ ਹੁੰਦੀ ਹੈ। ਤੁਸੀਂ ਇੱਕ ਗੱਲ ਕੀਤੀ ਸੀ ਸ਼ੁਰੂ ਦੇ ਵਿੱਚ, ਅਸ਼ਵਨੀ ਸ਼ੇਖਰੀ ਉਹਨਾਂ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਬੜੇ ਖਾਸ ਮੰਨੇ ਜਾਂਦੇ ਸੀਗੇ, ਔਰ ਜੇਲ੍ਹ ਦੇ ਅੰਦਰ ਜੇਲ੍ਹ ਦੇ ਬਾਹਰ ਜਦ ਵੀ ਕੋਈ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਵੈਲਕਮ ਹੁੰਦਾ ਸੀ, ਨਵਤੇਜ ਸਿੰਘ ਚੀਮਾ ਤੇ ਅਸ਼ਵਨੀ ਸ਼ੇਖਰੀ ਇਹ ਉੱਥੇ ਹਮੇਸ਼ਾ ਚੇਚੇ ਤੌਰ ਤੇ ਪਹੁੰਚਦੇ ਸੀ। ਔਰ ਇੱਥੇ ਤੱਕ ਕਿ ਨਵਜੋਤ ਸਿੰਘ ਸਿੱਧੂ ਦੀ ਜੇਲ੍ਹ ਦੇ ਵਿੱਚ ਕਿਸੇ ਵੀ ਐਕਟੀਵਿਟੀ ਦੇ ਬਾਰੇ 'ਚ ਕੁਝ ਵੀ ਜਾਣਨਾ ਹੁੰਦਾ ਸੀਗਾ ਤਾਂ ਇਹਨਾਂ ਦੋਨਾਂ ਲੀਡਰਾਂ ਨੂੰ ਹੀ ਫੋਨ ਕਰਨਾ ਪੈਂਦਾ ਸੀਗਾ ਵੀ ਕੀ ਦੱਸੋ ਪ੍ਰਿਯੰਕਾ ਗਾਂਧੀ ਦੀ ਕੋਈ ਚਿੱਠੀ ਆਈ ਕਿ ਨਹੀਂ ਆਈ। ਹੁਣ ਉਹ ਜੁਆਇਨ ਕਰ ਗਏ ਨੇ ਬੀਜੇਪੀ। ਇਸ ਤੋਂ ਬਾਅਦ ਤੁਸੀਂ ਇਹ ਦੇਖੋ ਪਿਛਲੇ ਦਿਨਾਂ ਦੇ ਵਿੱਚ ਅਕਾਲੀ ਦਲ ਦੇ ਨਾਲ ਬੀਜੇਪੀ ਦੇ ਅਲਾਈਅੰਸ ਦੀ ਗੱਲਾਂ ਸਿਖਰ ਤੇ ਸੀ, ਅਚਾਨਕ ਹੀ ਥੰਮ ਗਈ ਗੱਲਾਂ ਦੋਨੋਂ ਪਾਸੋਂ। ਅਕਾਲੀ ਦਲ ਨੇ ਵੀ ਮਨਾ ਕਰਤਾ, ਬੀਜੇਪੀ ਨੇ ਵੀ ਮਨਾ ਕਰਤਾ। ਕਿਤੇ ਇਹ ਤੇ ਨਹੀਂ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਬੀਜੇਪੀ ਦੇ ਵਿੱਚ ਵਾਪਸੀ ਹੋ ਰਹੀ ਹੈ। ਜਦ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਬੀਜੇਪੀ ਛੱਡੀ ਸੀ, ਉਹਨਾਂ ਦੀ ਮੇਨ ਸ਼ਰਤ ਇਹੀ ਸੀਗੀ ਕਿ ਅਕਾਲੀ ਦਲ ਦੇ ਨਾਲ ਉਹਨਾਂ ਦਾ ਅਲਾਈਅੰਸ ਟੁੱਟੇ, ਔਰ ਇਹ ਅਲਾਈਅੰਸ ਜਦ ਦੁਬਾਰਾ ਬਣਨ ਲੱਗਿਆ ਸੀ ਤੇ ਅਚਾਨਕ ਹੀ ਉਹ ਬਿਲਕੁਲ ਥੰਮ ਗਈ। ਔਰ ਉਸ ਤੋਂ ਬਾਅਦ ਅਸ਼ਵਨੀ ਸ਼ੇਖਰੀ ਉਹਨਾਂ ਦੀ ਬੀਜੇਪੀ ਦੇ ਵਿੱਚ ਐਂਟਰੀ ਔਰ ਨਵਜੋਤ ਸਿੰਘ ਸਿੱਧੂ ਦੀ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਚੁੱਪੀ ਧਾਰਨਾ, ਇਹ ਸਾਰੀ ਗੱਲਾਂ ਇੰਡੀਕੇਟ ਕਰਦੀ ਹੈ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਟਾਈਮ ਵਿੱਚ ਨਵਜੋਤ ਸਿੰਘ ਸਿੱਧੂ ਬੀਜੇਪੀ 'ਚ ਵਾਪਸ ਚਲੇ ਜਾਣ। ਹੁਣ ਜਦ ਅਸੀਂ ਇਹ ਗੱਲ ਪੋਲੀਟੀਕਲ ਸਰਕਲ ਦੇ ਵਿੱਚ ਕਰਦੇ ਹਾਂ, ਨਵਜੋਤ ਸਿੰਘ ਸਿੱਧੂ ਉਹਨਾਂ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਤਾਂ ਪਹਿਲਾ ਬਿਆਨ, ਜਦ ਉਹ ਮੋਦੀ ਉਹਨਾਂ ਨੂੰ ਤਾਨਾਸ਼ਾਹ ਕਹਿੰਦੇ ਨੇ ਔਰ ਰਾਹੁਲ ਗਾਂਧੀ ਉਹਨਾਂ ਨੂੰ ਕ੍ਰਾਂਤੀ ਕਹਿੰਦੇ ਨੇ। ਹੁਣ ਇਹਨਾਂ ਸਾਰੀ ਗੱਲਾਂ ਦੇ ਵਿੱਚ ਕਈ ਵਾਰ ਪੋਲੀਟੀਕਲ ਐਕਸਪਰਟਸ ਇਹ ਵੀ ਗੱਲ ਕਹਿੰਦੇ ਨੇ ਕਿ ਦੇਖੋ ਜੀ ਇਹਨੇ ਬਿਆਨ ਜ਼ਬਰਦਸਤ ਦਿੱਤੇ ਮੋਦੀ ਸਾਹਿਬ ਦੇ ਖਿਲਾਫ, ਤਾਂ ਹੁਣ ਬੀਜੇਪੀ ਦੇ ਵਿੱਚ ਐਂਟਰੀ ਕਿੱਦਾਂ ਹੋ ਸਕਦੀ ਹੈ। ਰੰਧਾਵਾ ਜੀ, ਪੋਲਿਟਿਕਸ ਦੇ ਵਿੱਚ ਕਿਸੇ ਵੀ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕੋਈ ਵੀ ਕਦੋਂ ਵੀ ਕਿਸੇ ਦੇ ਨਾਲ ਵੀ ਜੁੜ ਸਕਦਾ ਹੈ ਤੇ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਬੀਜੇਪੀ ਦੇ ਵਿੱਚ ਵਾਪਸੀ ਹੋ ਸਕਦੀ ਹੈ। ਇਹ ਇੰਡੀਕੇਸ਼ਨ ਆ ਰਹੇ ਨੇ। ਕੱਲ ਸੁਨੀਲ ਜਾਖੜ ਹੋਣਾ ਲੁਧਿਆਣੇ ਦੇ ਵਿੱਚ ਸੀਗੇ, ਲੁਧਿਆਣੇ ਦੇ ਵਿੱਚ ਉਹਨਾਂ ਦੀ ਆਪਣੇ ਬੀਜੇਪੀ ਲੀਡਰਾਂ ਤੋਂ ਮਿਲਣ ਤੋਂ ਬਾਅਦ ਅਲੱਗ ਨਾਲ ਇੱਕ ਮੀਟਿੰਗ ਹੋਈ ਜਿਹਦੇ ਵਿੱਚ ਪਰਮਿੰਦਰ ਬਰਾੜ ਹੋਰ ਜਿਹੜੇ ਬੀਜੇਪੀ ਦੇ ਵਿੱਚ ਗਏ ਹੋਏ ਲੀਡਰ ਉਹਨਾਂ ਦੇ ਨਾਲ ਇਕੱਲੇ ਕਿਸੇ ਜਗ੍ਹਾ ਚਲੇ ਜਾਂਦੇ ਨੇ। ਖਬਰਾਂ ਤੇ ਇੱਥੇ ਤੱਕ ਵੀ ਆਈਆਂ ਕਿ ਉਹਨਾਂ ਦੀ ਕੁਝ ਵੱਡੇ ਕਾਂਗਰਸੀ, ਹਾਲਾਂਕਿ ਵੱਡੇ ਹੁਣ ਇੰਨੇ ਵੱਡੇ ਨਾ ਵੀ ਰਹੇ ਹੋਣ, ਪੂਰਵ ਮੰਤਰੀ ਵੀ ਰਹਿ ਚੁੱਕੇ, ਐਮਐਲਏ ਵੀ ਰਹਿ ਕੇ, ਕਾਂਗਰਸੀਆਂ ਨਾਲ ਇੱਕ ਸੀਕ੍ਰੇਟ ਮੀਟਿੰਗ ਹੋਈ ਹੈ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਅਸ਼ਵਨੀ ਸ਼ੇਖਰੀ ਤੋਂ ਲੈ ਕੇ ਜੇ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਵੀ ਚਰਚਾਵਾਂ ਬੀਜੇਪੀ ਦੇ ਵਿੱਚ ਵਾਪਸ ਦੀ ਚੱਲ ਪੈਣ ਤੇ ਕੋਈ ਹਰਜ ਨਹੀਂ। ਔਰ ਇਹਦੇ ਵਿੱਚ ਲੱਗਦਾ ਹੈ ਕਿ ਇਹ ਗੱਲਾਂ ਅੱਗੇ ਚੱਲ ਕੇ ਅਸਫਲ ਤੁਰਨਗੇ। ਇੰਦਰਪ੍ਰੀਤ ਜੀ, ਜਦੋਂ ਭਾਸਕਰ ਸਾਹਿਬ ਇਹ ਗੱਲ ਕਰ ਰਹੇ ਨੇ ਨਵਜੋਤ ਸਿੰਘ ਸਿੱਧੂ ਵਾਲੀ, ਜਦੋਂ ਨਵਜੋਤ ਸਿੰਘ ਸਿੱਧੂ ਬੀਜੇਪੀ ਤੋਂ ਵੱਖਰੇ ਹੁੰਦੇ ਨੇ, ਉਸ ਤੋਂ ਪਹਿਲਾਂ ਉਹ ਅਕਾਲੀ ਦਲ ਨਾਲ ਵੱਡਾ ਆਡਾ ਲਾ ਕੇ ਬਹਿ ਗਏ ਸੀ। ਤੁਹਾਨੂੰ ਯਾਦ ਹੋਣਾ ਕਿ ਉਹ ਬਿਕਰਮ ਮਜੀਠੀਆ ਔਰ ਸੁਖਬੀਰ ਸਿੰਘ ਬਾਦਲ ਨਾਲ ਸਿੱਧੇ ਟਕਰਾਅ 'ਚ ਸੀਗੇ, ਔਰ ਹੁਣ ਉਹ ਟਕਰਾਅ ਲਗਭਗ ਜਲੰਧਰ ਦੇ ਵਿੱਚ ਮੁੱਕ ਵੀ ਗਿਆ। ਇੱਕ ਪਹਿਲੂ ਉਹ ਵੀ ਹੈ। ਦੂਜੇ ਬੰਨੇ ਜਦੋਂ ਭਾਸਕਰ ਸਾਹਿਬ ਕਹਿ ਰਹੇ ਨੇ ਕਿ ਹੁਣ ਅਕਾਲੀ ਦਲ ਦੀ ਬੀਜੇਪੀ ਨਾਲ ਸਾਂਝ ਨਹੀਂ ਰਹੀ ਤੇ ਸਿੱਧੂ ਸਾਹਿਬ ਨੂੰ ਉਧਰ ਜਾਣਾ ਕੋਈ ਮੁਸ਼ਕਲ ਨਹੀਂ ਹੈ, ਪਰ ਮੈਨੂੰ ਲੱਗਦਾ ਹੁਣ ਤੇ ਉਹਨਾਂ ਦਾ ਅਕਾਲੀਆਂ ਨਾਲ ਵੀ ਤੁਰਨਾ ਕੋਈ ਮੁਸ਼ਕਲ ਨਹੀਂ ਰਿਹਾ, ਕਿਉਂਕਿ ਦੋਸਤੀਆਂ ਪੈ ਗਈਆਂ। ਭਾਵੇਂ ਇਹਦੇ ਨਾਲ ਸਿੱਧੂ ਦੀ ਆਪਣੀ ਜਿਹੜੀ ਛਵੀ ਹੈ, ਇਮੇਜ ਹੈ, ਉਹ ਦਾਗਦਾਰ ਹੋਈ ਹੈ ਕਿ ਇਹ ਫਿਰ ਲੜਾਈ ਕਾਹਦੀ ਸੀ ਜੇ ਇੱਕ ਪਲ 'ਚ ਮੁੱਕ ਗਈ। ਲੋਕਾਂ ਨੂੰ ਤੁਸੀਂ ਮੂਰਖ ਬਣਾਉਂਦੇ ਰਹੇ ਹੋ, ਇੱਕ ਦੂਜੇ ਤੇ ਤੁਸੀਂ ਏਡੇ ਏਡੇ ਵੱਡੇ ਇਲਜ਼ਾਮ ਲਾ ਕੇ ਰਾਜਨੀਤੀ ਪੂਰੀ ਤਰ੍ਹਾਂ ਇੱਧਰ ਨੂੰ ਲੈ ਗਏ। ਤੁਸੀਂ ਵਿਧਾਨ ਸਭਾ ਜੰਗ ਦਾ ਅਖਾੜਾ ਬਣਾਤੀ, ਤੇ ਜੇ ਮਾਮਲਾ ਈਗੋ ਦਾ ਹੀ ਸੀ ਤੇ ਇੱਕ ਸੈਕਿੰਡ 'ਚ ਹੀ ਖਤਮ ਹੋ ਜਾਣਾ ਸੀ ਤੇ ਫਿਰ ਤੁਹਾਡੇ ਕਿਰਦਾਰ ਕੀ ਹੋਏ। ਸੋ ਇਹ ਸਵਾਲ ਤਾਂ ਉੱਠਦਾ ਹੈ। ਸ਼ਾਇਦ ਨਵਜੋਤ ਸਿੰਘ ਸਿੱਧੂ ਉਸ ਤੋਂ ਬਾਅਦ ਜ਼ਿਆਦਾ ਸਾਹਮਣੇ ਆਏ ਵੀ ਨਹੀਂ। ਉਹਨਾਂ ਨੂੰ ਇਹ ਅਹਿਸਾਸ ਹੋ ਗਿਆ ਸੀ ਵੀ ਉਹਨਾਂ ਨੇ ਜਿਹੜੀ ਧਰਾਤਲ ਤੇ ਉਹਨਾਂ ਦੀ ਪੋਲਿਟਿਕਸ ਖੜੀ ਹੈ, ਉਸ ਧਰਾਤਲ ਨੂੰ ਉਹਨਾਂ ਨੇ ਆਪੇ ਢਾਹ ਲਿਆ। ਹੁਣ ਦੂਜਾ ਮਾਮਲਾ ਇਹਦੇ ਵਿੱਚ ਬੜਾ ਅਹਿਮ ਆ। ਸਿੱਧੂ ਕਹਿੰਦੇ ਮੈਂ ਪੰਜਾਬ ਦੇ ਵਿੱਚ ਪੋਲਿਟਿਕਸ ਕਰਨੀ। ਉਹ ਬੀਜੇਪੀ ਨੂੰ ਛੱਡ ਕੇ ਆਉਂਦੇ ਆ ਕਿ ਮੈਂ ਨਹੀਂ ਰਾਜ ਸਭਾ 'ਚ ਜਾਣਾ, ਮੈਂ ਨਹੀਂ ਹਰਿਆਣੇ ਤੋਂ ਕਿਤੇ ਲੜਨੀ, ਮੈਂ ਨਹੀਂ ਦਿੱਲੀੋਂ ਲੜਨੀ, ਮੈਨੂੰ ਤੁਸੀਂ ਅੰਮ੍ਰਿਤਸਰ ਦੀ ਸੀਟ ਨਹੀਂ ਦਿੱਤੀ ਤੇ ਮੈਂ ਅਕਾਲੀਆਂ ਨੇ ਜੇਤਲੀ ਸਾਹਿਬ ਨੂੰ ਸੀਟ ਦਵਾਤੀ ਹੈ ਤੇ ਠੀਕ ਹੈ, ਮੈਂ ਹੁਣ ਤੁਹਾਡੇ ਨਾਲ ਨਹੀਂ। ਉਹਨਾਂ ਨੂੰ ਰਾਜ ਸਭਾ 'ਚ ਲਿਜਾਇਆ ਗਿਆ, ਉਹਨਾਂ ਰਾਜ ਸਭਾ ਛੱਡੀ। ਉਹ ਕਹਿੰਦੇ ਪੰਜਾਬ ਦੀ ਕਾਸਟ ਉੱਤੇ ਕੁਝ ਨਹੀਂ। ਇਹ ਸਾਰੇ ਸੀਨ ਦੇ ਵਿੱਚ ਤੁਸੀਂ ਇੱਕ ਇੱਕ ਕਰਕੇ ਚਿੱਤਰ ਜੋੜ ਲਓ ਤੇ ਨਟਸ਼ਲ ਇਹ ਬਣਦਾ ਕਿ ਸਿੱਧੂ ਪੰਜਾਬ ਦੀ ਪੋਲਿਟਿਕਸ ਵਿੱਚ ਮੇਨ ਚਿਹਰਾ ਰਹਿਣਾ ਚਾਹੁੰਦੇ ਆ। ਕਾਂਗਰਸ 'ਚ ਵੀ ਉਹਨਾਂ ਦੀ ਸਾਰੀ ਲੜਾਈ ਸੀ ਕਿ ਕਮਾਂਡ ਮੈਨੂੰ ਦਿਓ, ਏਜੰਡਾ ਮੇਰਾ ਲਾਗੂ ਕਰੋ। ਫਿਰ ਦੇਖੋ ਪੰਜਾਬ ਦੀ ਨੁਹਾਰ ਕਿਵੇਂ ਬਦਲਦੀ ਹੈ। ਕਿ ਜਦੋਂ ਭਾਰਤੀ ਜਨਤਾ ਪਾਰਟੀ ਸੁਨੀਲ ਜਾਖੜ ਦੇ ਰੂਪ 'ਚ ਆਪਣਾ ਚਿਹਰਾ ਫਾਈਨਲ ਕਰ ਚੁੱਕੀ ਹੈ, ਨਵਜੋਤ ਸਿੰਘ ਸਿੱਧੂ ਫਿਰ ਸੈਕੰਡ ਇਨ ਕਮਾਂਡ ਆਉਣ ਲਈ ਤਿਆਰ ਹੋਣਗੇ। ਹੁਣ ਇਸ ਵੇਲੇ ਸਥਿਤੀ ਇਸ ਨਜ਼ਰੀਏ ਤੋਂ ਬੜੀ ਨਾਜ਼ੁਕ ਹੈ ਕਿ ਜੇ ਸਿੱਧੂ ਸਾਹਿਬ ਆਉਣਾ ਵੀ ਚਾਹੁਣ ਤੇ ਉਹ ਮੈਜ ਮੈਂਬਰ ਪਾਰਲੀਮੈਂਟ ਬਣਨ ਦੀ ਖਾਤਰ, ਇੱਕ ਇਲੈਕਸ਼ਨ ਲੜਨ ਦੀ ਖਾਤਰ ਆਉਣਾ ਚਾਹੁਣਗੇ,
ਫਿਰ ਉਹਨਾਂ ਦਾ ਪੰਜਾਬ ਦੇ ਲੋਕਾਂ ਵਿੱਚ ਜਿਹੜਾ ਬਚਿਆ ਖੁਚਿਆ ਕੋਈ ਇਮਾਨਦਾਰ ਪੋਲਿਟਿਕਸ ਕਰਨ ਵਾਲੇ ਬੰਦੇ ਦਾ ਅਕਸਾ ਫਿਰ ਉਹ ਕਿੱਥੇ ਬਚੂਗਾ। ਸੋ ਮੈਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਨੇ ਸਥਿਤੀਆਂ ਇੰਨੀਆਂ ਪਚੀਦਗੀ ਵਾਲੀਆਂ ਬਣਾ ਲਈਆਂ ਨੇ, ਇੰਨੀਆਂ ਕੰਪਲੈਕਸ ਕਰ ਲਈਆਂ ਨੇ, ਉਹਨਾਂ ਦੇ ਬਾਰ-ਬਾਰ ਬਿਆਨ ਬਦਲਣ ਤੋਂ ਬਾਅਦ, ਸਟੈਂਡ ਬਦਲਣ ਤੋਂ ਬਾਅਦ, ਪਾਰਟੀਆਂ ਬਦਲਣ ਤੋਂ ਬਾਅਦ ਮੈਨੂੰ ਲੱਗਦਾ ਹੁਣ ਕੁਝ ਵੀ ਕਰਨਗੇ ਉਹਨਾਂ ਨੂੰ ਯਕੀਨ ਦਿਵਾਉਣਾ ਪਊਗਾ ਲੋਕਾਂ ਨੂੰ ਕਿ ਨਹੀਂ ਪਹਿਲੀਆਂ ਪਰਿਸਥਿਤੀਆਂ ਇਹ ਸੀ, ਇਸ ਕਰਕੇ ਮੈਂ ਏਦਾਂ ਬਦਲਦਾ ਰਿਹਾ। ਸੋ ਔਖਾ ਹੈ ਕਾਫੀ। ਕੀ ਕਹਿੰਦੇ ਰੰਧਾਵਾ ਸਾਹਿਬ, ਕਿੰਨੀਆਂ ਪਰਿਸਥਿਤੀਆਂ ਬਾਰੇ ਉਹ ਕਹਿਣਗੇ ਕਿ ਪਹਿਲਾਂ ਪਰਿਸਥਿਤੀਆਂ ਏਦਾਂ ਸੀ, ਫਿਰ ਏਦਾਂ ਹੋ ਗਈਆਂ। ਫਿਰ ਮੈਂ ਜੇ ਤੁਹਾਨੂੰ ਯਾਦ ਕਰਾਵਾਂ 2009 ਦਾ ਜਿਹੜਾ ਇਲੈਕਸ਼ਨ ਉਹਨਾਂ ਨੇ ਜਿੱਤਿਆ ਸੀਗਾ, ਤਾਂ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਤਾਜ ਹੋਟਲ 'ਚ ਚੰਡੀਗੜ੍ਹ, ਤੇ ਮੈਂ ਉਹ ਪ੍ਰੈਸ ਕਾਨਫਰੰਸ ਅਟੈਂਡ ਵੀ ਕੀਤੀ ਹੈ। ਮੈਂ ਇਸ ਕਰਕੇ ਮੈਂ ਯਾਦ ਕਰਾ ਰਿਹਾ ਕਿ ਉਹਨਾਂ ਨੇ ਉਸ ਪ੍ਰੈਸ ਕਾਨਫਰੰਸ 'ਚ ਰੱਜ ਕੇ ਵਿਕਰਮ ਮਜੀਠੀਆ ਹੋਰਾਂ ਦੀ ਤਾਰੀਫ ਕੀਤੀ। ਪਤਾ ਨਹੀਂ ਵਿਸ਼ੇਸ਼ਣ ਕੀ ਵਰਤੇ, ਮੈਂ ਇੱਥੇ ਨਹੀਂ ਦੱਸ ਸਕਦਾ, ਪਰ ਜਿੰਨੀ ਕੁ ਤਾਰੀਫ ਉਹਨਾਂ ਨੇ ਕੀਤੀ, ਔਰ ਆਪਣੀ ਪਾਰਟੀ ਜਿਹੜੀ ਉਹਨਾਂ ਦੀ ਆਪਣੀ ਬੀਜੇਪੀ ਸੀ ਉਹਦਾ ਉਹਨਾਂ ਨੇ ਚੰਗੀ ਤਰ੍ਹਾਂ ਮਤਲਬ ਆਲੋਚਨਾ ਕੀਤੀ ਵੀ ਉਹਨਾਂ ਨੇ ਮੈਨੂੰ ਹਰਾਉਣ 'ਚ ਕੋਈ ਕਸਰ ਨਹੀਂ ਛੱਡੀ, ਪਰ ਵਿਕਰਮ ਮਜੀਠੀਆ ਨੇ ਮੈਨੂੰ ਜਿਤਾਇਆ ਤੇ ਮੈਂ ਉਸ ਦਾ ਸਾਰੀ ਉਮਰ ਦੇਣਦਾਰ ਰਹੂੰਗਾ। ਇਹ ਉਹਨਾਂ ਦੇ ਅਲਫਾਜ਼ ਸੀ ਜਦੋਂ 2009 ਵਾਲਾ ਆਇਆ। ਤੇ ਉਸ ਤੋਂ ਬਾਅਦ ਤੁਸੀਂ ਉਹਨਾਂ ਦੇ ਪ੍ਰਤੀ ਕੀ ਅਲਫਾਜ਼ ਰਹੇ ਨੇ, ਫਿਰ ਉਹ ਮੈਂ ਉਸ 'ਚ ਨਹੀਂ ਜਾਣਾ ਦਿੰਦਾ। ਫਿਰ ਅਸੀਂ ਆਈਏ ਜਦੋਂ ਬੀਜੇਪੀ ਦੇ ਤੌਰ ਤੇ ਹੀ ਮੈਂਬਰ ਪਾਰਲੀਮੈਂਟ ਸੀ, ਉਹਨਾਂ ਨੇ ਰੱਜ ਕੇ ਗਾਲਾਂ ਕੱਢੀਆਂ, ਚਾਹੇ ਉਹ ਸੋਨੀਆ ਗਾਂਧੀ ਨੂੰ ਮਤਲਬ ਕਿਹਾ, ਚਾਹੇ ਡਾਕਟਰ ਮਨਮੋਹਨ ਸਿੰਘ ਨੂੰ ਕਿਹਾ, ਚਾਹੇ ਰਾਹੁਲ ਗਾਂਧੀ ਹੋਰਾਂ ਨੂੰ ਕਿਹਾ। ਫਿਰ ਯੂ ਟਰਨ ਮਾਰ ਕੇ ਫਿਰ ਉਸੇ ਕਾਂਗਰਸ ਦੇ ਵਿੱਚ ਆ ਗਏ ਤੇ ਸਾਰੀਆਂ ਹੀ ਉਹਨਾਂ ਨੇ ਕਿਹਾ ਵੀ ਨਹੀਂ, ਹੁਣ ਤਾਂ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਇਹੀ ਮੇਰੇ ਉਹ ਨੇ, ਆਪਣੇ ਨੇ, ਬਸ ਇਹੀ ਮੇਰੇ ਨੇਤਾ ਨੇ। ਉਹਨਾਂ ਨੇ ਆਪਣਾ ਜਿਹੜਾ ਤੁਸੀਂ ਦੇਖਣਾ ਟਵਿੱਟਰ ਹੈਂਡਲ, ਫੋਟੋ ਵੀ ਉਹਨਾਂ ਦੀਆਂ ਛਾਪੀਆਂ, ਸਾਰਾ ਕੁਝ ਉਹਨਾਂ ਨੇ ਲਗਾਇਆ। ਹੁਣ ਗੱਲਾਂ ਦੁਬਾਰਾ ਚੱਲ ਪਈਆਂ ਕਿ ਉਹਨਾਂ ਦੇ ਵਾਪਸ ਬੀਜੇਪੀ 'ਚ ਜਾਣ ਦੀਆਂ ਉਹ ਹੈਗੀਆਂ ਸੰਭਾਵਨਾ, ਕਿਉਂਕਿ ਉਹਨਾਂ ਦੀ ਟੀਮ ਦੇ ਜਿਹੜੇ ਮੈਂਬਰ ਨੇ ਉਹ ਇੱਕ ਕਰਕੇ ਜਿਹੜੇ ਹੈਗੇ ਆ ਬੀਜੇਪੀ ਦਾ ਦਾਮਨ ਥਾਮੀ ਜਾ ਰਹੇ। ਮੈਨੂੰ ਲੱਗਦਾ ਕਿ ਜਿੱਥੇ ਤੱਕ ਗੱਲ ਤੁਸੀਂ ਇਹਦੀ ਕਰ ਰਹੇ ਸੀਗੇ ਕਿ ਨਵਜੋਤ ਸਿੱਧੂ ਪੰਜਾਬ ਦੀ ਪੋਲਿਟਿਕਸ ਕਰਨਾ ਚਾਹੁੰਦੇ ਹੈ ਔਰ ਪੰਜਾਬ ਦੇ ਵਿੱਚ ਹੀ ਰਹਿਣਾ ਚਾਹੁੰਦੇ ਹੈ। ਨਵਜੋਤ ਸਿੱਧੂ ਦਾ ਠੀਕ ਹੈ, ਤੁਸੀਂ ਜਦੋਂ ਵੀ ਉਹਨਾਂ ਨਾਲ ਗੱਲ ਕਰੋਗੇ ਉਹ ਤੁਹਾਨੂੰ ਇਸ ਤਰ੍ਹਾਂ ਦਾ ਹੀ ਦਿਸਣਗੇ। ਉਹਨਾਂ ਦਾ ਆਪਣਾ ਇੱਕ ਏਜੰਡਾ ਹੈ ਜਿਹੜਾ ਸਟੇਟ ਸਪੈਸੀਫਿਕ ਹੈ ਤੇ ਉਸ ਤੇ ਹੀ ਗੱਲ ਕਰਨਾ ਚਾਹੁੰਦੇ ਆ, ਉਸੇ ਨੂੰ ਹੀ ਵਧਾਉਣਾ ਚਾਹੁੰਦੇ ਆ। ਕਿ ਪਰ ਨਵਜੋਤ ਸਿੱਧੂ 'ਚ ਇਹ ਤਾਂ ਤਾਕਤ ਹੈਗੀ ਹੈ ਕਿ ਉਹ ਇੱਕ ਲੱਗੀ ਹੋਈ ਜਿਹੜੀ ਸਟੇਜ ਹੈ ਉਸ ਤੇ ਜਿੰਨਾ ਮਰਜ਼ੀ ਵਧੀਆ ਨੱਚ ਲੈਣ, ਪਰ ਆਪਣੀ ਸਟੇਜ ਲਗਾ ਕੇ ਉਹ ਨਹੀਂ ਨੱਚ ਸਕਦੇ। ਇਹ ਉਹਨਾਂ 'ਚ ਖਾਮੀ ਹੈ ਸਭ ਤੋਂ ਵੱਡੀ, ਔਰ ਹਜੇ ਤੱਕ ਉਹ ਉਸੇ ਖਾਮੀ ਦਾ ਸ਼ਿਕਾਰ ਵੀ ਨਹੀਂ। ਅਗਰ ਜਿੰਨਾ ਜ਼ੋਰ ਉਹਨਾਂ ਨੇ ਇਸ ਗੱਲ ਤੇ ਲਾਇਆ ਤਾਂ ਉਹ ਆਪਣੀ ਪੋਲੀਟੀਕਲ ਪਾਰਟੀ ਬਣਾ ਲੈਂਦੇ। ਮੈਨੂੰ ਲੱਗਦਾ ਕਿ ਜਦੋਂ ਉਹ ਦੇਖੋ ਨੈਸ਼ਨਲ ਪਾਰਟੀਆਂ ਕੋਈ ਵੀ ਹੋਵੇ, ਚਾਹੇ ਉਹ ਕਾਂਗਰਸ ਹੋਵੇ, ਆਮ ਆਦਮੀ ਪਾਰਟੀ ਹੋਵੇ, ਚਾਹੇ ਬੀਜੇਪੀ ਹੋਵੇ, ਕੋਈ ਵੀ ਹੋਵੇ, ਉਹ ਕੋਈ ਵੀ ਸਟੇਟ ਸਪੈਸੀਫਿਕ ਚੀਜ਼ਾਂ ਨਹੀਂ ਕਰਨਾ ਚਾਹੁੰਦੀ। ਉਹ ਸਾਰੀਆਂ ਸ਼ਕਤੀਆਂ ਆਪਣੇ ਕੋਲ ਰੱਖਣਾ ਚਾਹੁੰਦੀਆਂ ਨੇ, ਜਦਕਿ ਜਿਹੜੀਆਂ ਰੀਜਨਲ ਪਾਰਟੀਆਂ ਹੁੰਦੀਆਂ ਨੇ ਉਹ ਸ਼ਕਤੀਆਂ ਆਪਣੇ ਕੋਲੇ ਰੱਖਣਾ ਚਾਹੁੰਦੀਆਂ ਨੇ। ਤੇ ਨਵਜੋਤ ਸਿੱਧੂ ਪੋਲਿਟਿਕਸ ਨੈਸ਼ਨਲ ਪਾਰਟੀਆਂ ਨਾਲ ਕਰਦੇ ਆ, ਪਰ ਆਪਣੀ ਗੱਲ ਉਹ ਸਟੇਟ ਸਪੈਸੀਫਿਕ ਵਾਲੀ ਕਰਦੇ ਆ। ਸੋ ਦੋਨੋਂ ਮੈਚ ਨਹੀਂ ਕਰਦੀਆਂ ਕਿਤੇ ਵੀ। ਮੈਨੂੰ ਲੱਗਦਾ ਕਿ ਜੇ ਉਹ ਇਹ ਸਾਰੀਆਂ ਗੱਲਾਂ ਕਰਦੇ ਸੀ, ਚਾਹੇ ਟਾਈਮ ਲੱਗਦਾ ਉਹਨਾਂ ਨੂੰ ਇਹ ਸਾਰੀਆਂ ਗੱਲਾਂ ਸਟੈਬਲਿਸ਼ ਕਰਨ ਦਾ, ਉਹਨਾਂ ਦੀ ਅੱਛਾ ਇਹ ਸੀ ਵੀ ਉਹ ਆਪਣੀ ਇੱਕ ਰੀਜਨਲ ਪਾਰਟੀ ਬਣਾਉਂਦੇ ਪੰਜਾਬ ਦੇ ਵਿੱਚ, ਤਾਂ ਫਿਰ ਉਹ ਜਿਸ ਤਰ੍ਹਾਂ ਆਪਣੀ ਟੀਮ ਬਣਾਉਂਦੇ, ਉਹਨਾਂ ਨੂੰ ਲੈ ਕੇ ਆਉਂਦੇ ਸਾਰੇ ਬੰਦਿਆਂ ਨੂੰ, ਤਾਂ ਫਿਰ ਲੀਡ ਕਰਦੇ ਤਾਂ ਸ਼ਾਇਦ ਗੱਲ ਕੁਝ ਹੋਰ ਹੁੰਦੀ। ਪਰ ਉਹਨਾਂ ਨੇ ਇਹ ਕੁਝ ਨਹੀਂ ਕੀਤਾ, ਔਰ ਨੈਸ਼ਨਲ ਪਾਰਟੀਆਂ ਦੇ ਵਿੱਚ ਰਹਿ ਕੇ ਸਟੇਟ ਪੋਲਿਟਿਕਸ ਕਰ ਰਹੇ ਆ। ਮੈਨੂੰ ਲੱਗਦਾ ਕਿ ਇਹ ਮੈਚ ਨਹੀਂ ਕਰੇਗਾ ਕਿਤੇ। ਇਹ ਇਸੇ ਕਰਕੇ ਹੀ ਉਹ ਬਾਰ-ਬਾਰ ਜਿਹੜਾ ਹੈਗਾ ਲੀ ਤੋਂ ਲੈ ਜਾਂਦੇ ਆ, ਜਿਹਦੇ ਕਰਕੇ ਅੱਗੇ ਚੱਲ ਨਹੀਂ ਪਾਉਂਦੇ। ਹੁਣ ਵੀ ਬਾਰ-ਬਾਰ ਫਿਰ ਕਾਂਗਰਸ ਤੋਂ ਛੁੱਟ ਕੇ ਹੁਣ ਫਿਰ ਦੁਬਾਰਾ ਬੀਜੇਪੀ 'ਚ ਜਾਣ ਦੀ ਗੱਲ ਚੱਲਣਾ ਸ਼ੁਰੂ ਹੋ ਗਿਆ। ਸੋ ਮੈਨੂੰ ਇਹ ਲੱਗਦਾ ਕਿ ਇਹ ਕਾਮਯਾਬ ਨਹੀਂ ਹੋਣਗੀਆਂ, ਜਾਂ ਨਵਜੋਤ ਸਿੱਧੂ ਕਾਮਯਾਬ ਨਹੀਂ ਹੋਣਗੇ। ਲੋਕਾਂ ਦੇ ਵਿੱਚ ਜਿਹੜੀ ਉਹਨਾਂ ਦੀ ਇੱਕ ਛਵੀ ਹੈ ਉਹ ਮੈਨੂੰ ਲੱਗਦਾ ਕਿ ਬਿਲਕੁਲ ਹੀ, ਹੁਣ ਤਾਂ ਹਿੰਦੀ ਸ਼ਬਦ ਧੂਲ ਧੂਸਰਿਤ, ਉਹ ਮੈਂ ਕਹਿਣਾ ਨਹੀਂ ਚਾਹੁੰਦਾ ਵੀ ਐਡਾ ਵੱਡਾ ਸ਼ਬਦ ਹੈ, ਵੀ ਉਸ ਤਰ੍ਹਾਂ ਦੀ ਹੋ ਗਈ ਹੈ, ਬਹੁਤ ਦਾਗਦਾਰ ਹੋ ਗਈ ਹੈ। ਇੰਨੇ ਦਾਗ ਮਿਟਾਏ ਨਹੀਂ ਜਾ ਸਕਦੇ। ਪਿਛਲੇ ਦਿਨਾਂ 'ਚ ਭਾਸਕਰ ਸਾਹਿਬ ਤੁਹਾਡੇ ਹੀ ਖਿੱਤੇ ਦੇ ਇਸ ਰੀਜਨ ਦੇ ਸਭ ਤੋਂ ਧਾਕੜ ਆਗੂ ਮੰਨੇ ਜਾਂਦੇ ਨੇ ਰਾਣਾ ਗੁਰਜੀਤ। ਉਹਨਾਂ ਨੇ ਇੱਕ ਇੰਟਰਵਿਊ 'ਚ ਕਿਹਾ, ਕਹਿੰਦੇ ਮੈਂ ਤਾਂ ਦੇਖੋ ਨਵਜੋਤ ਸਿੰਘ ਸਿੱਧੂ ਬਾਰੇ ਭਾਜਪਾਈਆਂ ਨੂੰ ਕਿਹਾ ਸੀ, ਜਦੋਂ ਕਹਿੰਦੇ ਨਾ ਵੀ ਰਾਣਾ ਝੂਠ ਬੋਲਦਾ ਹੈ, ਰਾਣਾ ਗਲਤ ਕਹਿ ਰਿਹਾ ਵੀ ਉਹ ਬੀਜੇਪੀ 'ਚ ਜਾ ਸਕਦਾ, ਸਿੱਧੂ ਕਹਿੰਦਾ ਮੈਂ ਉਹਨਾਂ ਨੂੰ ਬੀਜੇਪੀ ਵਾਲਿਆਂ ਨੂੰ ਕਿਹਾ ਸੀ ਵੀ ਤੁਸੀਂ ਕਿਤੇ ਸਹੁੰ ਚੁੱਕ ਕੇ ਗੱਲ ਕਹਿ ਦਿਓ ਵੀ ਅਸੀਂ ਉਹਨਾਂ ਨੂੰ ਨਹੀਂ ਲਵਾਂਗੇ ਤੇ ਅਸੀਂ ਮੰਨ ਲੈਂਦੇ ਆ, ਅਦਰਵਾਈਜ਼ ਤੇ ਹੁਣ ਜਿਹੜੀ ਸਥਿਤੀ ਸਿੱਧੂ ਸਾਹਿਬ ਲਈ ਇਹੀ ਬਚੀ ਹੈ
ਮੈਂ ਇੱਥੇ ਇੱਕ ਚੀਜ਼ ਹੋਰ ਅੱਗੇ ਵਧਾਉਣਾ ਚਾਹੂੰਗਾ ਕਿ ਪੰਜਾਬ ਦੇ ਵਿੱਚ ਪੋਲੀਟੀਕਲ ਵੈਕਿਊਮ ਅਜੇ ਵੀ ਉਵੇਂ ਹੀ ਹੈ। ਅਜੇ ਵੀ ਕਿਸੇ ਤੇ ਲੋਕਾਂ ਦਾ ਮਨ ਨਹੀਂ, ਵਿਸ਼ਵਾਸ ਨਹੀਂ ਵੱਜ ਰਿਹਾ। ਨਵਜੋਤ ਸਿੰਘ ਸਿੱਧੂ ਭਾਵੇਂ ਪਿਛਲੇ ਦਿਨਾਂ 'ਚ ਕਈ ਜਗ੍ਹਾ ਤੇ ਉਖੜ ਗਏ ਨੇ, ਲੋਕਾਂ ਦਾ ਹੁਣ ਉਹ ਭਰੋਸਾ ਉਹਨਾਂ ਤੇ ਨਹੀਂ ਵੱਜਦਾ, ਪਰ ਪੰਜਾਬ ਦੀ ਪੋਲਿਟਿਕਸ ਦਾ ਖਲਾ ਅਜੇ ਵੀ ਮੰਗ ਕਰਦਾ ਹੈ ਕਿ 2024 ਦੇ ਵਿੱਚ ਕੋਈ ਨਵੀਂ ਧਾਰਾ ਦੇ ਵਿੱਚ ਲੋਕ ਇਕੱਠੇ ਹੋ ਕੇ 13 ਸੀਟਾਂ 'ਚ ਪੰਜਾਬੀਅਤ ਦੀ ਗੱਲ ਕਰਨ ਵਾਲੇ ਅੱਗੇ ਵਧਣ। ਗੱਲ ਇੰਦਰਪ੍ਰੀਤ ਜੀ ਨੇ ਬੜੀ ਬਿਹਤਰ ਕੀਤੀ ਆ ਕਿ ਜੇ ਜ਼ੋਰ ਹੀ ਲਾਉਣਾ ਹੈ ਤੇ ਆਪਣੇ ਲਈ ਲਾਓ, ਘੱਟੋ ਘੱਟ ਇਸ ਖਿੱਤੇ ਲਈ ਲਾਓ। ਤੁਸੀਂ ਜਦੋਂ ਜੇ ਮੰਨ ਲਓ ਹੁਣ ਕਾਂਗਰਸ ਕਹਿੰਦੀ ਅਸੀਂ ਪੰਜਾਬ ਦਾ ਬੜਾ ਬਿਹਤਰ ਕਰਾਂਗੇ, ਤੇ ਅੱਜ ਉਹ ਆਮ ਆਦਮੀ ਪਾਰਟੀ ਦੇ ਸਾਹਮਣੇ ਪੰਜਾਬ ਦੇ ਕਾਂਗਰਸੀਆਂ ਨੂੰ ਉਹਨੇ ਹੱਥੇ ਕਰ ਦਿੰਦੀ ਹੈ। ਇਹ ਕੇਂਦਰੀ ਪਾਰਟੀਆਂ ਦਾ ਖਾਸਾ ਹੈ, ਉਹਨਾਂ ਦੀਆਂ ਮਜਬੂਰੀਆਂ। ਭਾਸਕਰ ਸਾਹਿਬ, ਮੈਨੂੰ ਯਾਦ ਹੈ ਸਿੱਧੂ ਸਾਹਿਬ ਅਕਸਰ ਕਈ ਵਾਰੀ ਉਖੜ ਵੀ ਜਾਂਦੇ ਆ, ਤੇ ਪਿਛਲੇ ਦਿਨਾਂ 'ਚ ਉਦੋਂ ਉਖੜੇ ਜਦੋਂ ਮਿਹਣਿਆਂ ਤੇ ਆ ਗਏ। ਉਹਨਾਂ ਦੀ ਵਾਈਫ ਨੇ ਕਿਹਾ ਕਿ ਆਹ ਜਿਹੜੀ ਕੁਰਸੀ ਹੈ ਨਾ ਜੀ ਭਗਵੰਤ ਮਾਨ ਜੀ, ਇਹ ਤੁਹਾਨੂੰ ਸਿੱਧੂ ਸਾਹਿਬ ਨੇ ਦਿੱਤੀ ਹੈ, ਤੁਹਾਡੇ ਵੱਡੇ ਭਰਾ ਨੇ ਗਿਫਟ ਕੀਤੀ ਹੈ। ਇਹ ਤਾਂ ਕੇਜਰੀਵਾਲ ਸਾਹਿਬ ਨੇ ਸਿੱਧੂ ਸਾਹਿਬ ਨੂੰ ਆਫਰ ਕੀਤੀ ਸੀ, ਜੇ ਉਹ ਲੈ ਲੈਂਦੇ ਤਾਂ ਫਿਰ ਤਾਂ ਸਿੱਧੂ ਸਾਹਿਬ ਕੋਲ ਸੀ, ਉਹਨਾਂ ਨਹੀਂ ਲਈ ਤੇ ਤੁਹਾਡਾ ਤਾਂ ਲੱਗ ਗਿਆ। ਜੇ ਇਹੀ ਗੱਲ ਬਲਬੀਰ ਸਿੰਘ ਰਾਜੇਵਾਲ ਕਹਿਣ, ਕਿਉਂਕਿ ਜਦੋਂ ਕੇਜਰੀਵਾਲ ਸਾਹਿਬ ਨੇ ਇਹ ਗੱਲ ਅਨਾਉਂਸ ਕਰਤੀ ਸੀ ਕਿ ਪੰਜਾਬ ਦੇ ਵਿੱਚ ਇੱਕ ਸਿੱਖ ਚਿਹਰਾ, ਬਿਹਤਰ ਸਿੱਖ ਚਿਹਰਾ ਹੋਏਗਾ, ਤੇ ਉਹਨਾਂ ਦਾ ਧਿਆਨ ਸਾਰਾ ਰਾਜੇਵਾਲ ਤੇ ਸੀ। ਉਹਨਾਂ ਦਿਨਾਂ 'ਚ ਬਲਬੀਰ ਸਿੰਘ ਰਾਜੇਵਾਲ ਨਾਲ ਗੱਲਬਾਤ ਵੀ ਚੱਲ ਰਹੀ ਸੀ। ਬਲਬੀਰ ਸਿੰਘ ਰਾਜੇਵਾਲ ਬਹੁਤ ਬਿਹਤਰ ਲੀਡਰ ਸਾਬਤ ਹੋ ਚੁੱਕੇ ਸੀ ਕਿਸਾਨੀ ਅੰਦੋਲਨ 'ਚ, ਪਰ ਉਹ ਵੀ ਮਾਤ ਖਾ ਗਏ ਕਿਉਂਕਿ ਫੈਸਲਾ ਨਹੀਂ ਕਰ ਸਕੇ। ਸੋ ਉਹਨਾਂ ਦਿਨਾਂ ਦੇ ਵਿੱਚ ਸੀਟਾਂ ਕਿੰਨੀਆਂ ਹੋਣ, ਇਕੱਠੇ ਲੜਨਾ, ਤੁਹਾਡਾ ਚਿਹਰਾ ਬਣਨਾ, ਵੱਖਰਾ ਬਣਨਾ, ਗੱਠਜੋੜ ਕਰ ਲਈਏ, ਇੰਨੀਆਂ ਸੀਟਾਂ ਲੈ ਲਓ, ਇਹ ਕਰ ਲਓ, ਉੱਥੇ ਗੱਲ ਫਸ ਗਈ। ਸੋ ਇਸ ਵੇਲੇ ਜਿਹੜੀ ਸਥਿਤੀ ਹੈ, ਜੇ ਇਹ ਕਹਿਣ ਬਲਬੀਰ ਸਿੰਘ ਰਾਜੇਵਾਲ ਵੀ ਹਾਂ ਵੀ ਇਹ ਤਾਂ ਭਗਵੰਤ ਮਾਨ ਹੁਣ ਤਾਂ ਮੈਨੂੰ ਮੀਟਿੰਗ ਲਈ ਸਮਾਂ ਵੀ ਨਹੀਂ ਦਿੰਦੇ ਤੁਸੀਂ, ਤੇ ਇਹ ਕੁਰਸੀ ਤਾਂ ਮੇਰੀ ਤੁਹਾਨੂੰ ਦਿੱਤੀ ਹੋਈ ਹੈ। ਸੋ ਨਵਜੋਤ ਸਿੰਘ ਸਿੱਧੂ ਦਾ ਇਹ ਬਚਕਾਨਾ ਰਾਜਨੀਤੀ ਦਾ ਵੀ ਇੱਕ ਹੈ ਕਿ ਪਰਿਸਥਿਤੀਆਂ ਤੁਹਾਡੇ ਹੱਥੋਂ ਨਿਕਲੀਆਂ, ਪਰ ਤੁਸੀਂ ਕਹਿੰਦੇ ਨਹੀਂ ਉਹ ਮੇਰੀਆਂ ਸੀ, ਤੁਸੀਂ ਮੌਕੇ ਤੇ ਫੈਸਲਾ ਨਹੀਂ ਲੈ ਸਕੇ, ਲੇਕਿਨ ਬਾਅਦ ਦੇ ਵਿੱਚ ਤੁਸੀਂ ਕਲੇਮ ਕਰਦੇ ਹੋ ਇਹ ਤਾਂ ਜਦ ਤੈਨੂੰ ਗਿਫਟ ਕੀਤਾ, ਇਹ ਤਾਂ ਮੈਨੂੰ ਮਿਲਣ ਵਾਲਾ ਸੀ। ਫਿਰ ਤਾਂ ਤੁਹਾਨੂੰ ਤਾਂ ਲਗਭਗ 15-18 ਸਾਲ ਪਹਿਲਾਂ ਇਹ ਮਿਲਣ ਵਾਲਾ ਸੀ, ਤੁਸੀਂ ਉਦੋਂ ਵੀ ਇੰਨੇ ਬੁਲਾਰੇ ਸੀ, ਉਦੋਂ ਵੀ ਇੰਨੇ ਇਮਾਨਦਾਰ ਸੀ, ਉਦੋਂ ਵੀ ਇੰਨੇ ਹਮਲਾਵਰ ਸੀ। ਸੋ ਤੁਸੀਂ ਤਾਂ ਪਹਿਲਾਂ ਹੀ ਮੁੱਖ ਮੰਤਰੀ ਬਣੇ ਹੋਣੇ ਚਾਹੀਦੇ ਸੀ 12 ਦੇ ਵਿੱਚ। ਭਾਸਕਰ ਸਾਹਿਬ, ਪਰਿਸਥਿਤੀਆਂ ਸਿੱਧੂ ਸਾਹਿਬ ਲਈ ਕਾਫੀ ਅਣਸੁਖਾਵੀਆਂ ਨੇ। ਨਹੀਂ, परिस्थितियां ਉਹਨਾਂ ਦੀ ਆਪ ਦੀ ਕ੍ਰੀਏਟ ਕੀਤੀ ਹੋਈ परिस्थितियां। ਕਈ ਮੌਕੇ ਆਏ ਨਵਜੋਤ ਸਿੰਘ ਸਿੱਧੂ ਨੂੰ ਆਪਣੀ ਪੋਲਿਟਿਕਸ ਪੰਜਾਬ ਦੇ ਵਿੱਚ ਚਮਕਾਉਣ ਵਾਸਤੇ। ਗੱਲ ਚਮਕਾਉਣ ਦੀ ਹੁੰਦੀ ਹੈ, ਤੁਹਾਨੂੰ ਆਪਣੀ ਪੋਲਿਟਿਕਸ ਚਮਕਾਉਣ ਵਾਸਤੇ ਜਾਂ ਪੋਲਿਟਿਕਸ ਕਰਨ ਵਾਸਤੇ ਇੱਕ ਟੀਮ ਚਾਹੀਦੀ ਹੁੰਦੀ ਹੈ। ਟੀਮ ਤੁਸੀਂ ਤਿਆਰ ਕੀਤੀ, ਉਹਨਾਂ ਟੀਮਾਂ ਵਿੱਚੋਂ ਇੱਕ ਦੇਖੋ ਤੁਸੀਂ ਅਸ਼ਵਨੀ ਸ਼ੇਖਰੀ ਉਹਨਾਂ ਕੱਲ ਬੀਜੇਪੀ ਚਲੇ ਗਏ। ਔਰ ਉਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਦੀ ਰਾਜਨੀਤੀ ਨੂੰ ਅਗਰ ਤੁਸੀਂ ਪੰਜਾਬ ਦੇ ਵਿੱਚ ਦੇਖੋ ਤੇ ਉਹ ਇਕੱਲੇ ਹੀ ਲੜਦੇ ਨਜ਼ਰ ਆਉਂਦੇ ਨੇ, ਔਰ ਬਹੁਤ ਵਾਰ ਤੇ ਉਹ ਆਪਣਿਆਂ ਨਾਲ ਹੀ ਲੜਦੇ ਨਜ਼ਰ ਆਉਂਦੇ ਨੇ, ਔਰ ਆਪਣਿਆਂ ਨੂੰ ਹੀ ਆਪਣਾ ਵਿਰੋਧੀ ਬਣਾਉਂਦੇ ਨੇ। ਅੱਜ ਵੀ ਨਵਜੋਤ ਸਿੰਘ ਸਿੱਧੂ ਕਿੱਥੇ ਖੜੇ ਨੇ? ਕਾਂਗਰਸ ਦੇ ਵਿੱਚ ਤੁਸੀਂ ਪੋਲੀਟੀਕਲ ਵੈਕਿਊਮ ਦੀ ਗੱਲ ਕੀਤੀ, ਪੰਜਾਬ ਦੇ ਵਿੱਚ ਵਾਕਈ ਬੜਾ ਜ਼ਬਰਦਸਤ ਪੋਲੀਟੀਕਲ ਵੈਕਿਊਮ ਹੈ। ਭਾਵੇਂ ਆਮ ਆਦਮੀ ਪਾਰਟੀ ਦੀ ਸਰਕਾਰ 2022 ਦੇ ਵਿੱਚ 92 ਐਮਐਲਏ ਦੇ ਥਰੂ ਬਣ ਤੇ ਗਈ, ਜਿੱਤ ਗਏ 92 ਐਮਐਲਏ। ਅੱਜ ਆਪਾਂ ਕਿੱਥੇ ਖੜੇ ਆ? ਉਹਨਾਂ 92 ਦੇ ਵਿੱਚੋਂ ਕਿੰਨੇ ਕੁ ਹੀਰੇ ਤੇ ਕਿੰਨੇ ਕੁ, ਹੁਣ ਤੁਸੀਂ ਆਪਣੇ ਆਪ ਹੀ ਅੰਦਾਜ਼ਾ ਲਾ ਸਕਦੇ ਹੋ। ਅੱਜ ਵੀ ਲੋਕ ਚਾਹੁੰਦੇ ਨੇ ਕਾਂਗਰਸ ਬਦਲ ਦੇ ਰੂਪ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰੂਪ ਵਿੱਚ ਹਜੇ ਤੱਕ ਨਹੀਂ ਖੜੀ ਹੋ ਪਾਈ। ਅੱਜ ਦੀ ਡੇਟ ਵਿੱਚ ਇਹ ਨਹੀਂ ਕਿ ਅਗਰ ਕੋਈ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਨਾਰਾਜ਼ ਹੈ ਤੇ ਕਾਂਗਰਸ ਵੱਲ ਆ ਗਿਆ ਹੋਵੇ ਜਾਂ ਅਕਾਲੀਆਂ ਵੱਲ ਮੂੰਹ ਕਰ ਲਿਆ ਹੋਵੇ, ਹਜੇ ਉਹ ਸਿਚੁਏਸ਼ਨ ਨਹੀਂ ਆਈ। ਐਦਾਂ ਦੀ ਸਿਚੁਏਸ਼ਨ ਚੱਲੀ ਤੇ 2024 ਦੇ ਪਾਰਲੀਮੈਂਟਰੀ ਇਲੈਕਸ਼ਨ ਦੇ ਵਿੱਚ ਤੇ ਉਸ ਤੋਂ ਬਾਅਦ 2027 ਦੇ ਵਿੱਚ ਵੀ ਅਗਰ ਸੇਮ ਸਿਚੁਏਸ਼ਨ ਰਹਿੰਦੀ ਹੈ ਤੇ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਰਿਪੀਟ ਕਰ ਸਕਦੀ ਹੈ। ਔਰ ਰਿਪੀਟ ਕਰਨ ਦੀ ਸਿਰਫ ਇਹ ਗੱਲ ਨਹੀਂ ਹੈ ਕਿ ਉਹਨਾਂ ਦੀ ਕਾਰਗੁਜ਼ਾਰੀ ਦੇ ਉੱਤੇ ਗੱਲ ਹੋਏ, ਕਿਉਂਕਿ ਕਾਂਗਰਸ ਆਪਣੇ ਆਪ ਨੂੰ ਖੜੀ ਨਹੀਂ ਕਰ ਪਾ ਰਹੀ। ਨਵਜੋਤ ਸਿੰਘ ਸਿੱਧੂ ਵੱਡੇ ਲੀਡਰ ਨੇ, ਨਵਜੋਤ ਸਿੰਘ ਸਿੱਧੂ ਨਾ ਅੱਛੇ ਵਕਤਾਂ ਨੇ, ਨਵਜੋਤ ਸਿੰਘ ਸਿੱਧੂ ਇੱਕ ਇਮਾਨਦਾਰ ਲੀਡਰ ਨੇ, ਪਰ ਟੀਮ ਕਿੱਥੇ ਹੈ? ਤੁਸੀਂ ਟੀਮ ਦੇ ਰਾਹੀਂ ਇਮਾਨਦਾਰ ਲੀਡਰ ਹੋਏ ਔਰ ਉਹਦੇ ਥੱਲੇ ਬੇਈਮਾਨੀ ਹੁੰਦੀ ਹੋਏ ਤੇ ਉਦਾਂ ਦੇ ਲੀਡਰ ਨੂੰ ਵੀ ਇਮਾਨਦਾਰ ਨਹੀਂ ਕਹਿੰਦੇ। ਡਾਕਟਰ ਮਨਮੋਹਨ ਸਿੰਘ ਇਮਾਨਦਾਰ ਨਹੀਂ ਸੀ? ਡਾਕਟਰ ਮਨਮੋਹਨ ਸਿੰਘ ਸਰਕਾਰ ਚਲਾਉਂਦੇ ਸੀ, ਕਿੰਨੇ ਵੱਡੇ ਵੱਡੇ ਘੁਟਾਲੇ ਹੋਏ ਕਾਂਗਰਸ ਦੀ ਯੂਪੀਏ ਸਰਕਾਰ ਦੇ ਵਿੱਚ। ਯਾਨੀ ਨਵਜੋਤ ਸਿੰਘ ਸਿੱਧੂ ਨੂੰ ਆਪਣੀ ਰਣਨੀਤੀ ਖੁਦ ਤੈਅ ਕਰਨ ਦੀ ਲੋੜ ਹੈਗੀ ਹੈ। ਇੰਦਰਪ੍ਰੀਤ ਉਹਨਾਂ ਨੇ ਕਿਹਾ ਕਿ ਆਪਣਾ ਵੱਖਰਾ ਇੱਕ ਪਲੇਟਫਾਰਮ ਸਟੇਜ ਸਜਾ ਕੇ ਨੱਚਣ ਦਾ ਉਹ ਮੁਸ਼ਕਿਲ ਕੰਮ ਹੈਗਾ, ਹੈ ਮੁਸ਼ਕਿਲ ਕੰਮ, ਪਰ ਮੁਸ਼ਕਿਲ ਕੰਮ ਵੱਲ ਜਾਓਗੇ ਤਾਂ ਲੋਕ ਤੁਹਾਡੇ ਨਾਲ ਜੁੜਨਗੇ। ਜੇ ਨਹੀਂ ਵੀ ਜੁੜਨਗੇ ਤਾਂ ਵੀ ਤੁਸੀਂ ਪਹਿਚਾਨੇ ਜਾਓਗੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਖੜੇ। ਹੁਣ ਉਹ ਪੋਲਿਟਿਕਸ ਨਹੀਂ ਚੱਲਣੀ ਪੰਜਾਬ ਦੇ ਵਿੱਚ, ਛੋਟੇ ਵੀਰ ਮਿੱਤਰ ਪਿਆਰੇ ਇਹ ਹੋ ਗਿਆ ਉਹ ਹੋ ਗਿਆ, ਉਸ ਗੱਲ ਤੋਂ ਲੋਕੀ ਬੋਰ ਹੋ ਗਏ ਨੇ, ਕਿਉਂਕਿ ਤੁਸੀਂ ਦੂਜੇ ਦੇ ਉੱਤੇ ਵੱਟਾ ਸੁੱਟ ਕੇ ਭੱਜ ਜਾਂਦੇ ਹੋ। ਉਹਨਾਂ ਮੁੱਦਿਆਂ ਦੇ ਉੱਤੇ ਤੁਸੀਂ ਕੋਈ ਸੋਲੂਸ਼ਨ ਨਹੀਂ ਦਿੰਦੇ ਤੇ ਫਿਰ ਇਸ ਪੋਲਿਟਿਕਸ ਦਾ ਹਜੇ ਤੱਕ ਪੰਜਾਬ ਦੇ ਵਿੱਚ ਕੋਈ ਬਹੁਤਾ ਆਧਾਰ ਨਹੀਂ ਬਣਿਆ।
ਤੁਸੀਂ ਜਿਹੜੀ ਗੱਲ ਭਾਸਕਰ ਸਾਹਿਬ ਕਹਿ ਰਹੇ ਹੋ ਨਾ ਕਿ ਇੰਦਰਪ੍ਰੀਤ ਜੀ ਜਿਹੜੀ ਵੱਖਰੀ ਇੱਕ ਪਾਰਟੀ ਬਣਾ ਕੇ ਅੱਗੇ ਵਧਣ ਦੀ ਗੱਲ ਕਰ ਰਹੇ ਆ, ਉਹਦੇ ਲਈ ਤੁਹਾਨੂੰ ਮੈਦਾਨ 'ਚ ਰਹਿਣਾ ਪਊਗਾ, ਨਿੱਠ ਕੇ ਖੇਡਣਾ ਪਊਗਾ। ਹੁਣ ਤੁਸੀਂ ਅਸ਼ਵਨੀ ਸੇਖੜੀ ਦੀ ਗੱਲ ਕਰ ਰਹੇ ਆ ਕਿ ਤੁਹਾਡੀ ਟੀਮ ਦੇ ਮੈਂਬਰ ਚਲੇ ਗਏ, ਕੀ ਕਰਨਗੇ? ਜਦੋਂ ਤੁਸੀਂ ਜਿਹਨੂੰ ਆਗੂ ਮੰਨ ਲੈਂਦੇ ਹੋ, ਜੇ ਉਹ ਤੁਹਾਡੇ ਨਾਲ ਵਕਤ ਬਾ ਵਕਤ ਖੜਾ ਨਹੀਂ ਆ, ਤੁਹਾਡੀ ਸਰਗਰਮੀ ਸਿਫਰ ਹੋ ਜਾਂਦੀ ਹੈ। ਤੁਸੀਂ 2 ਦਿਨ ਲਈ ਆਉਂਦੇ ਹੋ ਤੇ 28 ਦਿਨ ਲਈ ਗਾਇਬ ਹੋ ਜਾਂਦੇ ਹੋ। ਇਹ ਪੋਲਿਟਿਕਸ ਨਹੀਂ ਹੈ। ਮਨਪ੍ਰੀਤ ਬਾਦਲ ਨੇ ਪੀਪਲਸ ਪਾਰਟੀ ਆਫ ਪੰਜਾਬ ਬਣਾਈ ਔਰ ਬਹੁਤ ਲੋਕਾਂ ਨੇ ਭਰਵਾਂ ਸਮਰਥਨ ਦਿੱਤਾ। ਕੋਈ ਲੱਖ ਤੋਂ ਵੱਧ ਦਾ ਇਕੱਠ ਸੀ ਖਟਕੜ ਕਲਾਂ 'ਚ। ਉਹਨਾਂ ਨੇ ਆਪਣੇ ਵੱਖ-ਵੱਖ ਥਾਵਾਂ ਤੇ ਲੀਡਰ ਵੀ ਚੁਣਨੇ ਸ਼ੁਰੂ ਕਰਤੇ, ਨਿਰਧਾਰਿਤ ਕਰਨੇ ਸ਼ੁਰੂ ਕਰਤੇ, ਪਰ ਉਹ ਲੀਡਰ ਫੈਸਲਾਕੁੰਨ ਨਹੀਂ ਸੀਗੇ। ਮਨਪ੍ਰੀਤ ਬਾਦਲ ਉਹਨਾਂ ਨੇ ਵੱਖ-ਵੱਖ ਥਾਵਾਂ ਤੇ ਬੰਦਿਆਂ ਤੇ ਭਰੋਸਾ ਪ੍ਰਗਟ ਨਹੀਂ ਕੀਤਾ। ਉਸ ਤੋਂ ਬਾਅਦ ਕੀ ਹੋਇਆ? ਜਿਹੜੇ ਆਗੂ ਪੂਰੇ ਹੁਲਾਸ ਨਾਲ ਆਏ ਸੀ ਉਹ ਗੈਰ ਪ੍ਰਸੰਗਿਕ ਬਣ ਗਏ, ਉਹਨਾਂ ਦੀ ਐਕਟੀਵਿਟੀ ਕੋਈ ਨਾ ਰਹੀ। ਉਹ ਰੋਜ਼ ਉਹਨਾਂ ਵੱਲ ਵੇਖਦੇ ਸੀ, ਕਦੇ ਉਹਨਾਂ ਵੱਲੋਂ ਕੋਈ ਫੋਨ ਕਾਲ ਨਹੀਂ, ਉਹਨਾਂ ਦੇ ਕਿਸੇ ਦਫ਼ਤਰ 'ਚੋਂ ਰਾਬਤਾ ਨਹੀਂ। ਜਿਹੜੀਆਂ ਪਾਰਟੀਆਂ ਸੰਗਠਨਾਤਮਕ ਤੌਰ ਤੇ ਅਜੇ ਅੱਗੇ ਵੱਧ ਰਹੀਆਂ, ਅਕਾਲੀ ਦਲ ਦੀ ਰੋਸ, ਭਾਵੇਂ ਅਕਾਲੀ ਦਲ ਦੀ ਅੱਜ ਜਿੰਨੀ ਮਰਜ਼ੀ ਤੁਸੀਂ ਮਾੜੀ ਸਥਿਤੀ ਕਹਿ ਲਓ, 3 ਸੀਟਾਂ ਤੇ ਖੜਿਆ, ਪਰ ਉਹਨਾਂ ਦਾ ਜਿਹੜਾ ਢਾਂਚਾ ਹੈ ਉਹ ਇੱਕ ਦੂਜੇ ਨਾਲ ਜੁੜਿਆ ਹੋਇਆ। ਉਹਨਾਂ ਦੀ ਸਰਗਰਮੀ ਉੱਤੋਂ ਲੈ ਕੇ ਥੱਲੇ ਤੱਕ ਨਿਰੰਤਰ ਹੈ। ਉਹਨਾਂ ਦੇ ਹੈਡ ਆਫਿਸ ਤੋਂ ਉਹਨਾਂ ਦੇ ਥੱਲੇ ਦੇ ਜਿਹੜੇ ਲੀਡਰ ਆ, ਹੇਠਲੇ ਪੱਧਰ ਤੱਕ ਦੇ, ਉਹਨਾਂ ਨਾਲ ਰਾਬਤਾ ਰਹਿੰਦਾ ਹੈ। ਜ਼ਿਲ੍ਹਾ ਪੱਧਰ ਦੇ ਲੀਡਰਾਂ ਦਾ ਰਾਬਤਾ ਰਹਿੰਦਾ। ਸੋ ਇਹ ਨਵਜੋਤ ਸਿੰਘ ਸਿੱਧੂ ਜੇਕਰ ਅਸ਼ਵਨੀ ਸੇਖੜੀ ਲਈ ਬਟਾਲੇ ਦੇ ਵਿੱਚ ਕਿਤੇ ਗਾਏ ਬਗਾਏ ਖੜੇ ਨਜ਼ਰ ਨਹੀਂ ਆਉਣਗੇ, ਸੇਖੜੀ ਸਾਹਿਬ ਮੀਟਿੰਗਾਂ ਵੱਲ ਜਾਂਦੇ ਭੱਜੇ ਨਜ਼ਰ ਨਹੀਂ ਆਉਣਗੇ ਵੀ ਅੱਜ ਸਿੱਧੂ ਸਾਹਿਬ ਨੇ ਫਲਾਣੀ ਜਗ੍ਹਾ ਜਾਣਾ ਤੇ ਆਪਾਂ ਵੀ ਚੱਲੀਏ। ਜਿਹੜਾ ਪੋਲਿਟਿਕਸ ਕਰ ਰਿਹਾ ਬੰਦਾ, ਉਹਦੇ ਘਰੇ ਸਵੇਰੇ 5-7 ਬੰਦੇ ਰੋਟੀ ਪਾਣੀ ਖਾ ਕੇ ਮੁੱਛਾਂ ਨੂੰ ਤਾ ਦੇ ਕੇ ਗੱਡੀ 'ਚ ਬਹਿਣ ਵਾਲੇ ਤਿਆਰ ਖੜੇ ਹੁੰਦੇ, ਤੇ ਜੇ ਲੀਡਰ ਨੇ ਕਿਤੇ ਜਾਣਾ ਹੀ ਨਾ ਹੋਵੇ ਤਾਂ ਕਿਵੇਂ ਹੋਊਗਾ? ਵਿਆਹਾਂ ਤੇ ਭੋਗਾਂ ਤੇ ਹਰ ਦਿਨ ਦੀ ਸਰਗਰਮੀ ਹੁੰਦੀ ਆ, ਫੇਰ ਲੱਗਦਾ ਹੈ ਕਿ ਬੰਦੇ ਕੁਝ ਕੰਮ ਕਰ ਰਿਹਾ। ਨਵਜੋਤ ਸਿੰਘ ਸਿੱਧੂ ਸ਼ਾਇਦ ਇਸ ਤਰ੍ਹਾਂ ਦੀ ਰਾਜਨੀਤੀ ਨਹੀਂ ਬਣੇ